ਬੱਚਿਓ, ਅੱਜ ਅਸੀਂ ਪੜ੍ਹਾਂਗੇ ਸਾਹਿਤਮਾਲਾ ਪੁਸਤਕ ਵਿੱਚੋਂ ਵਾਰਤਕ ਬੇਬੇ ਜੀ। ਇਹ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀ ਲਿਖੀ ਹੋਈ ਹੈ। ਸਭ ਤੋਂ ਪਹਿਲਾਂ ਲੇਖਕ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਰੀਏ। ਡਾਕਟਰ ਹਰਪਾਲ ਸਿੰਘ ਪੰਨੂ ਦਾ ਜਨਮ 20 ਜੂਨ 1953 ਨੂੰ ਪਿਤਾ ਰਣ ਸਿੰਘ ਅਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਘੱਗਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਅਤੇ ਬਤੌਰ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ। ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਧਰਮ ਅਧਿਐਨ ਯੂਨੀਵਰਸਿਟੀ ਕੁੰਭ, ਈਰਾਨ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਭਾਰਤ ਦੇ ਪੁਰਾਤਨ ਧਰਮ ਇੱਕ ਸਰਵੇਖਣ, ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ ਆਦਿ ਪ੍ਰਸਿੱਧ ਪੁਸਤਕਾਂ ਹਨ। ਆਓ ਹੁਣ ਪੜ੍ਹਦੇ ਹਾਂ ਪਾਠ ਬੇਬੇ ਜੀ। 4-5 ਸਾਲ ਦੀ ਉਮਰ ਤੱਕ ਦਾ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਕੜਾ ਚੁੱਕੀ ਖੂਹੀ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜ ਮੈਂ ਉਸਦੇ ਕਮੀਜ਼ ਦੀ ਕੰਨੀ ਫੜੀ ਨਾਲ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਅਤੇ ਬੇਬੇ ਡਿੱਗਣੋਂ ਮਸਾਂ ਬਚਦੀ। ਲੇਖਕ ਕਹਿੰਦਾ ਕਿ 4-5 ਸਾਲ ਦੀ ਉਮਰ ਦਾ ਬਚਪਨ ਮੈਨੂੰ ਯਾਦ ਹੈ, ਜਦੋਂ ਉਹਦੀ ਬੇਬੇ ਸਿਰ ਉੱਪਰ ਘੜਾ ਚੁੱਕ ਕੇ ਖੂਹ 'ਤੇ ਪਾਣੀ ਭਰਨ ਜਾਂਦੀ ਸੀ ਤਾਂ ਉਹ ਵੀ ਹਰ ਗੇੜ ਮਤਲਬ ਹਰ ਵਾਰੀ ਉਹਦੀ ਕਮੀਜ਼ ਫੜ ਕੇ ਨਾਲ ਨਾਲ ਤੁਰੀ ਜਾਂਦਾ ਸੀ ਅਤੇ ਕਈ ਵਾਰ ਉਹਦੀਆਂ ਲੱਤਾਂ ਵਿੱਚ ਉਲਝ ਕੇ ਡਿੱਗ ਵੀ ਜਾਂਦਾ ਸੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ 'ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ। ਸੱਟ ਫੇਟ ਬਿਮਾਰੀ ਨੇੜੇ ਤੇੜੇ ਨਹੀਂ ਸੀ। ਲੇਖਕ ਦੱਸਦਾ ਕਿ ਜਦੋਂ ਉਹਦੀ ਬੇਬੇ ਘਰ ਹੁੰਦੀ ਸੀ ਅਤੇ ਉਹਨਾਂ ਨੂੰ ਇੰਝ ਲੱਗਦਾ ਸੀ ਜਿਵੇਂ ਘਰ 'ਚ ਕੋਈ ਤਿਉਹਾਰ ਹੋਵੇ। ਸਾਰੇ ਰਲ ਕੇ ਖੇਡਦੇ ਸੀ, ਡੰਗਰ ਚਾਰਦੇ ਸੀ, ਖੇਤਾਂ 'ਚ ਵੀ ਆਪਣੇ ਮਾਤਾ ਪਿਤਾ ਦਾ ਹੱਥ ਵਟਾਉਂਦੇ ਸੀ ਅਤੇ ਫਿਰ ਉਹ ਨਹਿਰ ਵਿੱਚ ਛਾਲਾਂ ਵੀ ਮਾਰਦੇ ਸੀ। ਪਰ ਕਦੇ ਉਹਨਾਂ ਨੂੰ ਕੋਈ ਸੱਟ ਫੇਟ ਨਹੀਂ ਸੀ ਲੱਗਦੀ, ਨਾ ਹੀ ਕੋਈ ਬਿਮਾਰੀ ਉਹਨਾਂ ਦੇ ਨੇੜੇ ਤੇੜੇ ਆਉਂਦੀ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮਸੁੰਮ ਜਿਹੇ ਫਿਰਦੇ ਰਹਿੰਦੇ ਇੱਧਰ ਉੱਧਰ। ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਕਹਿੰਦਾ ਬਾਪੂ ਭਾਵੇਂ ਸਾਡਾ ਸਖਤ ਸੀ, ਪਰ ਜਦ ਕਦੇ ਬੇਬੇ ਘਰੋਂ ਗਈ ਹੁੰਦੀ ਸੀ ਉਦੋਂ ਨਹੀਂ ਸੀ ਉਹ ਝਿੜਕਦਾ। ਕਾਰਨ ਕਹਿੰਦਾ ਜਦੋਂ ਅਸੀਂ ਰੋਣ ਲੱਗ ਪੈਂਦੇ ਸਾਂ ਫਿਰ ਸਾਨੂੰ ਚੁੱਪ ਕਿਹਨੇ ਕਰਾਉਣਾ ਸੀ, ਕਿਉਂਕਿ ਅਸੀਂ ਤਾਂ ਫਿਰ ਰੋਣੋਂ ਹਟਦੇ ਹੀ ਨਹੀਂ ਸਾਂ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ। ਵਾਹੀਕਾਰ ਹੁੰਦੇ ਬੱਚਿਓ ਖੇਤੀਬਾੜੀ ਕਰਨ ਵਾਲੇ, ਅਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹਟੀ ਮੱਝ ਜਾਂ ਗਾਂ ਲੈ ਜਾਂਦੇ ਅਤੇ ਤਾਜ਼ੀ ਸੂਈ ਛੱਡ ਜਾਂਦੇ। ਜਿਹੜੀ ਗਾਂ ਮੱਝ ਦੁੱਧ ਦੇਣਾ ਛੱਡ ਦਿੰਦੀ ਸੀ, ਕਹਿੰਦਾ ਉਹ ਸਾਡੇ ਮਾਮੇ ਲੈ ਜਾਂਦੇ ਸੀ। ਉਹਦੀ ਜਗ੍ਹਾ 'ਤੇ ਤਾਜ਼ੀ ਸੂਈ ਮੱਝ ਜਿਹੜੀ ਹੁੰਦੀ ਸੀ ਉਹ ਸਾਡੇ ਘਰ ਛੱਡ ਜਾਂਦੇ ਸੀ, ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਾ ਆਏ। ਘਿਓ ਦਿੰਦੇ, ਖੋਇਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸੁਰਗ ਕਿਹੋ ਜਿਹਾ ਹੋਇਆ ਕਰਦਾ ਹੈ। ਇਹ ਤਾਂ ਸਭ ਕੁਝ ਕਹਿੰਦਾ ਸਾਨੂੰ ਜਿਹੜੇ ਸੁੱਖ ਮਿਲਦੇ ਸੀ, ਆਰਾਮ ਮਿਲਦੇ ਸੀ, ਕਿਸੇ ਸਵਰਗ ਨਾਲੋਂ ਘੱਟ ਨਹੀਂ ਸੀ ਲੱਗਦੇ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆਂ ਕਿਹਾ, ਅਕਲ ਨਾਲ ਹਲੀਮੀ ਨਾਲ ਗੱਲ ਕਰੀ। ਹਲੀਮੀ ਹੁੰਦੀ ਹੈ ਨਿਮਰਤਾ। ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀ, ਮਾਮੇ ਨਾਲ ਅੱਡ ਜਾ, ਗੁਰੂ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ, ਭਾਵ ਉਹਦੀ ਬੇਬੇ ਜਿਹੜੀ ਹੈ ਭਾਵੁਕ ਹੋ ਜਾਂਦੀ ਸੀ, ਰੋਣ ਲੱਗ ਜਾਂਦੀ ਸੀ। ਮੈਂ ਖੂਬ ਹੱਸਦਾ ਅਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ ਜੋ ਰੋਣ ਧੋਣ ਸ਼ੁਰੂ ਹੋ ਗਿਆ? ਬੇਬੇ ਅੱਖਾਂ ਪੂੰਝ ਕੇ ਆਖਦੀ, ਕਟਰੂ ਵਛਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਕਟਰੂ ਵਛਰੂ ਦਾ ਮਤਲਬ ਹੈ ਕੱਟਾ ਵੱਛਾ।
ਉਹ ਕਹਿੰਦੀ ਹੈ, ਅੱਖਾਂ ਪੂੰਝਦੀ ਹੋਈ ਉਹਨੂੰ ਕਹਿੰਦੀ ਕਿ ਕੱਟੇ ਵੱਛੇ ਜਿਹੜੇ ਹੁੰਦੇ ਆ ਉਹ ਕੋਈ ਸਰਹੱਦਾਂ 'ਤੇ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰੰਬਣ ਰਿੰਗਣ ਲੱਗਦੀਆਂ ਹਨ। ਰੰਬਣ ਰਿੰਗਣ ਹੁੰਦਾ ਰੋਣ ਲੱਗਣਾ, ਰੱਸੇ ਤੁੜਾਉਂਦੀਆਂ ਹਨ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਉਹਦੀ ਬੇਬੇ ਉਹਨੂੰ ਸਮਝਾਉਂਦੀ ਹੈ ਕਿ ਪਸ਼ੂ ਪੰਛੀ ਵੀ ਇਸ ਗੱਲ ਨੂੰ ਜਾਣਦੇ ਨੇ ਕਿ ਬੱਚੇ ਜਿਹੜੇ ਆ ਉਹ ਆਪਣੀਆਂ ਮਾਵਾਂ ਦੀਆਂ ਅੱਖਾਂ ਸਾਹਮਣੇ ਹੀ ਸੁਰੱਖਿਅਤ ਹੁੰਦੇ ਆ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ, ਕੀ ਪਤਾ ਕਦ ਕੀ ਵਾਪਰ ਜਾਏ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਹੈ ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਫਿਰ ਉਹ ਅਸੀਸਾਂ ਦੇ ਕੇ ਤੋੜਦੀ। ਉਹਦੀ ਬੇਬੇ ਉਹਨੂੰ ਕੁਝ ਉਦਾਹਰਨਾਂ ਦੇ ਕੇ ਸਮਝਾਉਂਦੀ ਹੈ ਕਿ ਮਾਂ ਦੇ ਦਿਲ ਦੀ ਗੱਲ ਤੂੰ ਨਹੀਂ ਸਮਝ ਸਕਦਾ, ਕਿ ਮਾਂ ਨੂੰ ਕਿੰਨੀ ਫਿਕਰ ਹੁੰਦੀ ਆਪਣੇ ਬੱਚਿਆਂ ਦੀ। ਅਤੇ ਫਿਰ ਉਹ ਅਸੀਸਾਂ ਦੇ ਕੇ ਉਹਨੂੰ ਤੋੜ ਦਿੰਦੀ ਹੈ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਤੋਂ ਭਾਵ ਹੈ ਗੁਰਦਿਆਲ ਕੌਰ ਦਾ ਰੰਗ ਰੂਪ ਧੁੱਪ ਵਰਗਾ ਸੀ। ਲਾਲੀਆਂ ਝੜਦੀਆਂ ਸਨ ਉਹਦੇ ਮੂੰਹ 'ਤੇ। ਹੀਰ ਸੀ ਬਸ, ਮਿਹਨਤ ਨਾਲ ਘੜੀ ਰੱਬ ਨੇ। ਘੜੀ ਇੱਥੇ ਬੱਚੇ ਸਮੇਂ ਵਾਲੀ ਨਹੀਂ ਹੈ, ਇੱਥੇ ਘੜੀ ਤੋਂ ਭਾਵ ਹੈ ਘੜਨਾ। ਉਹਦੇ ਕਹਿਣ ਤੋਂ ਭਾਵ ਹੈ ਕਿ ਰੱਬ ਨੇ ਉਹਦੀ ਮਾਮੀ ਨੂੰ ਬੜੀ ਮਿਹਨਤ ਨਾਲ ਬਣਾਇਆ, ਘੜਿਆ। ਕੰਧ ਤੋਂ ਉਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ, ਉਹ ਉਹਦੀ ਸੁੰਦਰਤਾ ਨੂੰ ਬਿਆਨ ਕਰਦੀ ਹੋਈ ਦੱਸਦੀ ਹੈ। ਇੰਝ ਜਾਪਦਾ ਹੈ ਕਿ ਜਦੋਂ ਉਹ ਤੁਰਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੰਧ ਤੋਂ ਉਤਰ ਕੇ ਕੋਈ ਤਸਵੀਰ ਚੱਲਣ ਲੱਗਦੀ ਹੈ। ਭਾਬੀ ਕਾਨੂੰ ਮੇਰੀ ਤਾਂ ਸਹੇਲੀ ਸੀ, ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ। ਉਸਦੀ ਬੇਬੇ ਉਹਨੂੰ ਦੱਸ ਰਹੀ ਹੈ ਕਿ ਮੈਂ ਉਹਨੂੰ ਇੱਕ ਦਿਨ ਕਿਹਾ ਸੀ ਕਿ ਮੇਰਾ ਖਿਆਲ ਰੱਖੀ, ਤੇਰੀ ਇਹ ਨਨਦ ਗਰੀਬਣੀ ਹੈ। ਉਹ ਮੇਰੇ ਪੈਰਾਂ 'ਤੇ ਚੁੰਨੀ ਰੱਖ ਕੇ ਬੋਲੀ, ਮੈਂ ਕਰਦਾ ਇਸ ਘਰ ਦੀ ਮਾਲਕਣ, ਮੈਂ ਤਾਂ ਬਾਂਦੀ ਹਾਂ। ਬਾਂਦੀ ਤੋਂ ਭਾਵ ਹੈ ਬੱਚੋ ਦਾਸੀ। ਉਹ ਕਹਿ ਰਹੀ ਹੈ ਕਿ ਮੈਂ ਇਸ ਘਰ ਦੀ ਮਾਲਕਣ ਨਹੀਂ ਹਾਂ, ਮੈਂ ਤਾਂ ਦਾਸੀ ਹਾਂ ਤੁਹਾਡੀ ਸਾਰਿਆਂ ਦੀ। ਬਾਂਦੀ ਰਹੂੰਗੀ ਉਮਰ ਭਰ, ਅਤੇ ਉਮਰ ਭਰ ਤੁਹਾਡੇ ਸਾਰਿਆਂ ਦੀ ਦਾਸੀ ਰਹਾਂਗੀ। ਦੁਸਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਜਿਵੇਂ ਅਸੀਂ ਦੀਵਾਲੀ ਦੇ ਕੋਲ, ਦੁਸਹਿਰੇ ਦੇ ਕੋਲ ਆਪਣੇ ਘਰ ਦੀ ਸਫਾਈ ਸ਼ੁਰੂ ਕਰ ਦਿੰਦੇ ਹਾਂ, ਉਸੇ ਤਰ੍ਹਾਂ ਲੇਖਕ ਵੀ ਦੱਸ ਰਿਹਾ ਹੈ ਕਿ ਦੁਸਹਿਰੇ ਦੇ ਪਹਿਲਾਂ ਸਾਡੇ ਘਰ ਦੀ ਜਿਹੜੀ ਲਿਪਾ ਪੋਚੀ ਹੈ ਉਹ ਸ਼ੁਰੂ ਹੋ ਜਾਂਦੀ ਸੀ, ਕਿਉਂਕਿ ਕੱਚੇ ਘਰ ਹੁੰਦੇ ਸੀ ਨਾ, ਅਤੇ ਉਹਦੀ ਲਿਪਾ ਪੋਚੀ ਕੀਤੀ ਜਾਂਦੀ ਹੈ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਹੀ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਪਰੇ ਕਰ ਰਿਹਾ ਹੁੰਦਾ ਅਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ। ਘਰ ਦੀਆਂ ਛੱਤਾਂ ਵੀ। ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁਗੰਧੀਆਂ। ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆਉਂਦੇ। ਉਹ ਦੱਸਦਾ ਹੈ ਕਿ ਕਿਵੇਂ ਘਰ ਦੀ ਲਿਪਾ ਪੋਚੀ ਕਰਨ ਵੇਲੇ ਕੁਝ ਜੋ ਲੋਕ ਹੈ ਘਰ ਦੇ, ਉਹ ਚੀਜ਼ਾਂ ਜਾਂ ਵਸਤੂਆਂ ਪਰੇ ਹਟਾਉਣ 'ਚ ਮਦਦ ਕਰਦੇ ਸੀ ਅਤੇ ਕੁਝ ਉਹਦੀ ਲਿਪਾ ਪੋਚੀ ਕਰਨ 'ਚ। ਸਾਰਾ ਕੁਛ ਲਿਪਿਆ ਜਾਂਦਾ ਸੀ ਅਤੇ ਛੱਤਾਂ ਵੀ ਲਿਪੀਆਂ ਜਾਂਦੀਆਂ ਸੀ। ਪਸ਼ੂਆਂ ਦੇ ਸਿੰਗਾਂ ਨੂੰ ਉਹ ਤੇਲ ਲਾ ਦਿੰਦੇ ਸੀ। ਚਾਰੇ ਪਾਸਿਓਂ ਸੁਗੰਧ ਹੀ ਸੁਗੰਧ ਆਉਂਦੀ ਸੀ। ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਵੀ ਲਿਆਉਂਦੇ ਸੀ। ਅੱਜ ਕੱਲ੍ਹ ਬੱਚਿਓ ਤਸਵੀਰਾਂ ਟੰਗਣ ਦਾ ਚਲਨ ਜਿਹੜਾ ਉਹ ਥੋੜ੍ਹਾ ਘੱਟ ਗਿਆ, ਪਰ ਪਹਿਲੇ ਸਮੇਂ ਵਿੱਚ ਲੋਕ ਵਧੀਆ ਤਸਵੀਰਾਂ ਲਿਆ ਕੇ ਟੰਗਣੀਆਂ ਸ਼ੁਭ ਮੰਨਦੇ ਸੀ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ਧਾਰ ਬਾਰਿਸ਼ਾਂ ਹੁੰਦੀਆਂ। ਅਸੀਂ ਆਖਦੇ ਇਹ ਕਿਹੜੇ ਮੌਸਮ ਦਾ ਮੀਂਹ ਹੋਇਆ। ਬੇਬੇ ਆਖਦੀ ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ ਕਿ ਮੇਰੇ ਵਿੱਚ ਅਤੇ ਸਾਉਣ ਵਿੱਚ ਕੋਈ ਫਰਕ ਨਹੀਂ। ਕਹਿੰਦਾ ਜਦੋਂ ਅਸੀਂ ਪੁੱਛਦੇ ਸਾਂ ਕਿ ਇਹ ਕਿਹੜੇ ਮੌਸਮ ਦਾ ਮੀਂਹ ਪੈ ਰਿਹਾ, ਤਾਂ ਬੇਬੇ ਸਾਨੂੰ ਸਮਝਾਉਂਦੀ ਸੀ ਕਿ ਵਿਸਾਖ ਦਾ ਮਹੀਨਾ ਵੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਉਹਦੇ ਵਿੱਚ ਅਤੇ ਸਾਉਣ ਦੇ ਮਹੀਨੇ 'ਚ ਕੋਈ ਫਰਕ ਨਹੀਂ ਹੈ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ ਮੇਰੇ ਪਿੱਛੇ ਲੱਗ ਜੇਠ ਅਤੇ ਹਾੜ। ਵਿਸਾਖ ਦਾ ਮਹੀਨਾ ਕਹਿ ਰਿਹਾ ਕਿ ਮੇਰੇ ਪਿੱਛੇ ਤੁਰੇ ਆਉਂਦੇ ਮੇਰੇ ਜੇਠ ਅਤੇ ਹਾੜ ਜਿਹੜੇ ਆ ਉਹ ਖੇ ਉਡਾਊ ਨੇ, ਉਹਨਾਂ ਵਿੱਚ ਬੜੀ ਧੂੜ ਮਿੱਟੀ ਹੁੰਦੀ ਏ। ਸਾਉਣ ਦੇ ਪਿੱਛੇ ਤੁਰੇ ਆਉਂਦੇ ਉਸਦੇ ਦੋਸਤ ਭਾਦੋਂ ਅਤੇ ਅੱਸੂ ਉਸੇ ਵਰਗੇ ਨੇ। ਖੋਰੂ ਪਾਊ ਤਾਂ ਸਾਉਣ ਦੀ ਕਦਰ ਬਣੀ। ਕਹਿੰਦਾ ਕਿ ਸਾਉਣ ਦੇ ਪਿੱਛੇ ਜਿਹੜੇ ਮਹੀਨੇ ਆਉਂਦੇ ਨੇ ਭਾਦੋਂ ਅਤੇ ਅੱਸੂ, ਉਹ ਵੀ ਉਹੋ ਜਿਹੇ ਨੇ ਜਿਹੋ ਜਿਹੇ ਜੇਠ ਅਤੇ ਹਾੜ। ਇਹਨਾਂ ਕਾਰਨਾਂ ਕਰਕੇ ਹੀ ਸਾਉਣ ਦੇ ਮਹੀਨੇ ਦੀ ਕਦਰ ਕੀਤੀ ਜਾਂਦੀ ਹੈ, ਕਿਉਂਕਿ ਉਹ ਬੜਾ ਹੀ ਸੁਹਾਵਣਾ ਮਹੀਨਾ ਹੁੰਦਾ।
ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕਾਰ ਬੇਬੇ ਦੇ ਮੂੰਹੋਂ ਸਹਿਜ ਸੁਭਾਅ ਉਤਰਦੇ। ਇੱਕ ਵਾਰ ਮੈਂ ਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ ਤਾਂ ਦੋਹਾਂ ਨੂੰ ਅੱਡੋ ਅੱਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲੀ, ਉਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ ਤਾਕੀ ਵਾਲੇ ਪਾਸੇ, ਉਸ ਦਾ ਮੂੰਹ ਦੇਖ। ਭੁਜੀਆਂ ਖਾਣ ਵੇਲੇ ਮੂੰਹ ਖੋਲ੍ਹਦਾ ਹੈ ਤਾਂ ਲੱਗਦਾ ਹੈ ਜਿਵੇਂ ਟੈਚੀ ਕੇਸ ਖੁੱਲ੍ਹ ਗਿਆ ਹੋਵੇ। ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਸ ਦੇ ਮੂੰਹ ਵਿੱਚੋਂ ਇਉਂ ਖਿੜਦਾ ਹੈ ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੈ। ਉੱਥੇ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਏਗਾ, ਸਾਬਤ ਗੁਠਲੀ ਸਣੇ। ਮੈਥੋਂ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਬੱਚਿਓ, ਇਸ ਪੈਰੇ ਵਿੱਚ ਲੇਖਕ ਦੱਸ ਰਿਹਾ ਹੈ ਕਿ ਜਦੋਂ ਉਹ ਅਤੇ ਉਸਦੀ ਬੇਬੇ ਇੱਕ ਵਾਰੀ ਬੱਸ ਵਿੱਚ ਬੈਠੇ ਕਿਤੇ ਜਾ ਰਹੇ ਸੀ ਅਤੇ ਦੋਹਾਂ ਨੂੰ ਵੱਖੋ ਵੱਖ ਸੀਟ ਮਿਲ ਗਈ ਸੀ। ਥੋੜ੍ਹੀ ਦੇਰ ਬਾਅਦ ਹੀ ਉਹਦੀ ਬੇਬੇ ਜਿਹੜੀ ਹੈ ਉਹਦੀ ਸੀਟ 'ਤੇ ਆ ਕੇ ਉਹਦੇ ਨਾਲ ਹੀ ਬੈਠ ਗਈ ਤਾਂ ਲੇਖਕ ਨੇ ਉਹਨੂੰ ਪੁੱਛਿਆ ਕਿ ਤੁਸੀਂ ਉਹ ਸੀਟ ਤੋਂ ਉੱਠ ਕੇ ਕਿਉਂ ਆਏ ਹੋ? ਤਾਂ ਬੇਬੇ ਨੇ ਉਹਨੂੰ ਦੱਸਿਆ ਕਿ ਜਿਹੜਾ ਬੰਦਾ ਤਾਕੀ ਵਾਲੇ ਪਾਸੇ, ਤਾਕੀ ਹੁੰਦੀ ਹੈ ਖਿੜਕੀ, ਖਿੜਕੀ ਵਾਲੇ ਪਾਸੇ ਬੈਠਾ ਹੈ, ਕਹਿੰਦੀ ਉਹਦਾ ਮੂੰਹ ਦੇਖ। ਜਦੋਂ ਉਹ ਭੁਜੀਆ ਖਾਂਦਾ ਨਾ ਅਤੇ ਉਹਦਾ ਆਪਣਾ ਬਹੁਤ ਸਾਰਾ ਮੂੰਹ ਖੋਲ੍ਹ ਲੈਂਦਾ ਅਤੇ ਭੁਜੀਆ ਖਾਈ ਜਾਂਦਾ, ਨਾਲ ਗੱਲਾਂ ਵੀ ਕਰੀ ਜਾਂਦਾ ਅਤੇ ਹੱਸੀ ਵੀ ਜਾਂਦਾ। ਬੱਚਿਓ, ਜਦੋਂ ਅਸੀਂ ਕੁਝ ਖਾਂਦੇ ਹੋਏ ਗੱਲਾਂ ਕਰਦੇ ਹਾਂ ਜਾਂ ਹੱਸਦੇ ਹਾਂ ਅਤੇ ਸਾਡੇ ਜੋ ਖਾਣ ਵਾਲੀ ਚੀਜ਼ ਹੈ ਉਹ ਨਾਲ ਨਾਲ ਬਾਹਰ ਡਿੱਗਦੀ ਹੈ। ਉਸੇ ਤਰ੍ਹਾਂ ਉਹ ਬੇਬੇ ਵੀ ਉਹਨੂੰ ਦੱਸ ਰਹੀ ਹੈ ਕਿ ਉਹ ਭੁਜੀਆ ਖਾਣ ਵਾਲਾ ਆਦਮੀ ਜਿਹੜਾ ਨਾਲ ਨਾਲ ਗੱਲਾਂ ਕਰ ਰਿਹਾ, ਹੱਸ ਰਿਹਾ ਅਤੇ ਸਾਰਾ ਭੁਜੀਆ ਉਹਦਾ ਬਾਹਰ ਡਿੱਗੀ ਜਾ ਰਿਹਾ, ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੈ। ਬੱਚਿਓ, ਫੱਕ ਹੁੰਦੀ ਹੈ ਚੌਲਾਂ ਉੱਪਰਲਾ ਛਿਲਕਾ। ਉਹ ਦੱਸਦੀ ਹੈ ਕਿ ਜਿਵੇਂ ਚੌਲਾਂ ਦੇ ਸ਼ੈਲਰ ਦੇ ਵਿੱਚ ਪਾਈਪ ਦੇ ਵਿੱਚੋਂ ਚੌਲਾਂ ਦੇ ਜਿਹੜੇ ਛਿਲਕੇ ਆ ਉਹ ਬਾਹਰ ਨਿਕਲਦੇ ਆ ਇੱਕਦਮ, ਉਸੇ ਤਰ੍ਹਾਂ ਭੁਜੀਆ ਜਿਹੜਾ ਉਹਦੇ ਮੂੰਹ ਵਿੱਚੋਂ ਬਾਹਰ ਡਿੱਗ ਰਿਹਾ। ਇਸ ਕਰਕੇ ਮੇਰੇ ਕੋਲ ਉੱਥੇ ਨਹੀਂ ਬੈਠਿਆ ਜਾਂਦਾ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ 'ਚ ਪਾਉਂਦਾ ਹੋਏਗਾ। ਗੁਠਲੀ ਸਣੇ, ਗੁਠਲੀ ਹੁੰਦੀ ਆ ਗਿਟਕ, ਸਣੇ ਮਤਲਬ ਸਮੇਤ। ਕਹਿੰਦੀ ਇਹ ਨਾ ਮੂੰਹ ਖੋਲ੍ਹ ਕੇ ਖਾਂਦਾ ਹੈ, ਮੈਨੂੰ ਲੱਗਦਾ ਕਿ ਇਹ ਅੰਬ ਵੀ ਪੂਰਾ ਦਾ ਪੂਰਾ ਗਿਟਕ ਸਮੇਤ ਹੀ ਖਾ ਜਾਂਦਾ ਹੋਣਾ। ਅਤੇ ਉਹਦੀ ਗੱਲ ਸੁਣ ਕੇ ਲੇਖਕ ਕਹਿੰਦਾ ਕਿ ਮੇਰਾ ਹਾਸਾ ਨਹੀਂ ਸੀ ਰੁਕ ਰਿਹਾ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਟਕਸਾਲ ਹੁੰਦੀ ਹੈ ਜਿੱਥੇ ਸਿੱਕੇ ਘੜੇ ਜਾਂਦੇ। ਬੇਬੇ ਕਿਉਂਕਿ ਪੰਜਾਬੀ ਭਾਸ਼ਾ ਦੀ ਬਹੁਤ ਸਾਰੀ ਸ਼ਬਦਾਵਲੀ ਵਰਤੋਂ ਕਰਦੀ ਹੈ ਤਾਂ ਉਸਨੂੰ ਲੇਖਕ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਭਾਸ਼ਾ ਦੀ ਟਕਸਾਲ ਹੋਵੇ। ਕੋਈ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਮਖਿਆਲ ਮਤਲਬ ਸ਼ਹਿਦ। ਕਹਿੰਦਾ ਜਦੋਂ ਅਸੀਂ ਕੋਈ ਰਿਸਕ ਭਰਿਆ ਕੰਮ ਛੇੜਨ ਦੀ ਗੱਲ ਕਰਦੇ, ਜੇ ਉਹਦੇ ਖਤਰਿਆਂ ਬਾਰੇ ਗੱਲ ਕਰਦੇ ਤਾਂ ਬੇਬੇ ਕਹਿੰਦੀ ਹੁੰਦੀ ਸੀ, ਜੇਕਰ ਮਨੁੱਖ ਮੱਖੀਆਂ ਤੋਂ ਡੰਗ ਤੋਂ ਡਰਦਾ ਰਹੇਗਾ ਅਤੇ ਫਿਰ ਉਹ ਸ਼ਹਿਦ ਖਾ ਹੀ ਨਹੀਂ ਸਕਦਾ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ? ਜਦੋਂ ਅਸੀਂ ਦੁੱਧ ਚੋਂਦੇ ਹਾਂ ਉਦੋਂ ਗਾਵਾਂ ਵੀ ਤਾਂ ਦੁਲੱਤੇ ਮਾਰਦੀਆਂ, ਫਿਰ ਵੀ ਅਸੀਂ ਦੁੱਧ ਚੋਂਦੇ ਹਾਂ ਨਾ, ਕਿਉਂਕਿ ਸਾਨੂੰ ਦੁੱਧ ਚਾਹੀਦਾ। ਕਦੀ ਕਿਹਾ ਹੈ ਕਿਸੇ ਨੇ ਕਿ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ? ਖੇਤ ਇਸ ਕਰਕੇ ਨਹੀਂ ਵਾਹੁਣ ਜਾਵਾਂਗੇ ਕਿ ਕੰਢਿਆਈ ਬੜੀ ਹੈ। ਉਹ ਉਸਨੂੰ ਕੁਝ ਉਦਾਹਰਨਾਂ ਦੇ ਰਹੀ ਹੈ ਕਿ ਖਤਰਿਆਂ ਤੋਂ ਸਾਨੂੰ ਨਹੀਂ ਡਰਨਾ ਚਾਹੀਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਖੇਤ ਵਿੱਚ ਬਹੁਤ ਸਾਰੇ ਕੰਢੇ ਨੇ, ਬਹੁਤ ਸਾਰਾ ਜੋ ਹੈ ਚੁੱਭਣ ਵਾਲੀਆਂ ਚੀਜ਼ਾਂ ਨੇ, ਇਸ ਕਰਕੇ ਅਸੀਂ ਖੇਤ ਵਿੱਚ ਵਾਹੀ ਨਹੀਂ ਕਰਨੀ। ਇਸ ਤਰ੍ਹਾਂ ਤਾਂ ਕੋਈ ਨਹੀਂ ਕਹਿੰਦਾ। ਸਾਰੇ ਜੋਖਮ ਉਠਾ ਕੇ ਹੀ ਕੋਈ ਫਲ ਪ੍ਰਾਪਤ ਕਰਦੇ ਨੇ ਨਾ। ਇਸ ਕਰਕੇ ਸਾਨੂੰ ਇਹਨਾਂ ਖਤਰਿਆਂ ਤੋਂ ਨਹੀਂ ਡਰਨਾ ਚਾਹੀਦਾ। ਕਿਲ੍ਹੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਜਿਹੜੀ ਜ਼ਮੀਨ 'ਤੇ ਅੰਨ ਦੀ ਰੋਟੀ ਪਕਾ ਕੇ ਅਸੀਂ ਖਾਧੀ ਹੈ, ਕਹਿੰਦੀ ਉਹ ਕਿਲ੍ਹੇ ਦੀ ਕੰਧ ਵਾਂਗ ਸੀ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ, ਇੰਨਾ ਹੌਸਲਾ ਕਿ ਪਿਆਸ ਲੱਗੀ ਹੈ ਫਿਰ ਕੀ ਹੋਇਆ ਜੇ ਪਾਣੀ ਨਹੀਂ, ਖੂਹ ਪੁੱਟੋ ਅਤੇ ਪਾਣੀ ਪੀਓ। ਉਹ ਆਪਣੀ ਜਵਾਨੀ ਦੀ ਗੱਲ ਦੱਸਦੀ ਹੈ ਕਿ ਸਾਡੇ 'ਚ ਤਾਂ ਇੰਨੀ ਤਾਕਤ ਹੁੰਦੀ ਸੀ, ਅਸੀਂ ਕਦੇ ਕੰਮ ਤੋਂ ਨਹੀਂ ਸੀ ਡਰਦੇ। ਜੇ ਪਿਆਸ ਲੱਗੀ ਏ, ਪਾਣੀ ਨਹੀਂ ਏ ਤਾਂ ਅਸੀਂ ਕਹਿੰਦੇ ਸਾਂ ਕਿ ਫਿਰ ਕੀ ਹੈ, ਖੂਹ ਪੁੱਟੋ ਅਤੇ ਪਾਣੀ ਪੀ ਲਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਕੋਈ ਵੀ ਚੀਜ਼, ਕੋਈ ਵੀ ਕੰਮ ਔਖਾ ਨਹੀਂ ਜੇ ਰੱਬ ਸਾਡਾ ਸਾਥ ਦਿੰਦਾ ਹੈ। ਸਾਨੂੰ ਉਹਦੇ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਸਾਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ ਕਿ ਪਰਮਾਤਮਾ ਸਾਡੇ ਨਾਲ ਹੈ। ਇਸ ਕਰਕੇ ਸਾਨੂੰ ਗੁਰੂ 'ਤੇ ਭਰੋਸਾ ਰੱਖ ਕੇ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਤਾਂ ਹੀ ਸਾਨੂੰ ਚੰਗਾ ਫਲ ਜਿਹੜਾ ਉਹ ਪ੍ਰਾਪਤ ਹੁੰਦਾ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਤਾਂ ਉਹ ਲਾਂਭਾ ਦੇਣ ਉਸਦੇ ਘਰ ਜਾਂਦੀ। ਆਖਦੀ, ਵੇ ਧਰਤੀ ਨੂੰ ਕੁੱਟ ਲਿਆ ਜਿਹਾ ਜਨਾਨੀ ਨੂੰ ਕੁੱਟ ਲਿਆ। ਇਸ ਵਿੱਚ ਕਾਹਦੀ ਸੂਰਮਗਤੀ? ਸੂਰਮਗਤੀ ਹੁੰਦੀ ਹੈ ਬਹਾਦਰੀ। ਜਨਾਨੀ ਨੂੰ ਜੇ ਕੋਈ ਬੰਦਾ ਕੁੱਟਦਾ ਸੀ ਤਾਂ ਉਹਨੂੰ ਉਹ ਉਲਾਂਭਾ ਦੇਣ ਜਾਂਦੀ ਸੀ। ਉਹਨੂੰ ਉਹ ਸਮਝਾਉਂਦੀ ਸੀ ਕਿ ਤੂੰ ਜੋ ਜਨਾਨੀ ਨੂੰ ਕੁੱਟਿਆ ਨਾ, ਇਹ ਸਮਝ ਕੇ ਤੂੰ ਧਰਤੀ ਨੂੰ ਕੁੱਟਿਆ, ਕਿਉਂਕਿ ਧਰਤੀ ਵੀ ਮਾਂ ਹੈ ਸਾਡੀ। ਕੋਈ ਹੈ ਸ਼ਰਮ ਹੈ ਤੈਨੂੰ? ਡੋਬ ਦੇਂਗਾ ਇਸ ਗਊ ਦਾ ਹੋਕਾ। ਰੋਟੀ ਪੱਕਦੀ ਬੁਰੀ ਲੱਗਣ ਲੱਗੀ ਤੈਨੂੰ? ਘਰ ਵਿੱਚ ਔਰਤ ਤੈਨੂੰ ਰੋਟੀ ਵੀ ਪਕਾ ਕੇ ਦਿੰਦੀ ਹੈ ਅਤੇ ਉਹ ਤੈਨੂੰ ਬੁਰੀ ਲੱਗਦੀ ਹੈ? ਤੂੰ ਕਿਉਂ ਉਹਨੂੰ ਕੁੱਟਦਾ ਹੈ? ਉਹ ਅਜਿਹਾ ਉਲਾਂਭਾ ਉਹਨੂੰ ਦੇਣ ਜਾਂਦੀ ਸੀ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਕਹਿੰਦੇ ਉਹਦੀ ਗੱਲ ਸੁਣ ਕੇ ਸਾਰੇ ਇੱਕਦਮ ਚੁੱਪ ਹੋ ਜਾਂਦੇ ਸੀ, ਅੱਗੋਂ ਕੋਈ ਜਵਾਬ ਨਹੀਂ ਦੇ ਪਾਉਂਦੇ ਸੀ। ਇੱਕ ਵਾਰ ਪਿੰਡ ਕਿਸੇ ਕੰਮ ਕਿਸੇ ਦੇ ਘਰ ਗਈ। ਬੇਬੇ ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਨਾ, ਕਰਤਾਰਪੁਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਿਟਾਈ ਹੋਵੇ। ਮੈਨੂੰ ਖੂਬ ਹਾਸਾ ਆਇਆ। ਉਹਦੀ ਬੇਬੇ ਉਹਨੂੰ ਜਵਾਬ ਦਿੰਦੀ ਹੈ ਕਿ ਮੈਂ ਜਿਹੜੇ ਘਰੋਂ ਹੋ ਕੇ ਆਈ ਹਾਂ ਉੱਥੇ ਬੜਾ ਵੱਡਾ ਟੱਬਰ ਹੈ। ਲੇਖਕ ਨੇ ਉਹਨੂੰ ਪੁੱਛ ਲਿਆ ਕਿ ਤੁਸੀਂ ਉਹਨਾਂ ਦਾ ਸਾਰਾ ਟੱਬਰ ਕਿਵੇਂ ਵੇਖ ਲਿਆ? ਉਹ ਕਹਿੰਦੀ ਕਿ ਮੈਨੂੰ ਟੱਬਰ ਵੇਖਣ ਦੀ ਲੋੜ ਨਹੀਂ। ਜਿਹੜੀ ਕਰਤਾਰ ਕੌਰ ਸੀ ਉਹ ਰੋਟੀਆਂ ਪਕਾ ਰਹੀ ਸੀ ਅਤੇ ਮੈਂ ਉਹਨਾਂ ਦਾ ਗੁੰਨਿਆ ਹੋਇਆ ਆਟਾ ਵੇਖ ਕੇ ਆਈ ਹਾਂ। ਇੰਝ ਲੱਗ ਰਿਹਾ ਸੀ ਜਿਵੇਂ ਭੇਡ ਨੂੰ ਮਾਰ ਕੇ ਲਿਟਾਇਆ ਹੋਵੇ। ਭਾਵ ਬਹੁਤ ਸਾਰਾ ਆਟਾ ਗੁੰਨਿਆ ਹੋਇਆ ਸੀ ਅਤੇ ਮੈਂ ਉੱਥੋਂ ਹੀ ਅੰਦਾਜ਼ਾ ਲਾ ਲਿਆ ਕਿ ਉਹਨਾਂ ਦਾ ਟੱਬਰ ਬਹੁਤ ਵੱਡਾ ਹੈ। ਸੁਨੇਹਾ ਮਿਲਿਆ, ਬੇਬੇ ਜੀ ਨੇ ਸੱਦਿਆ ਹੈ, ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਅਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ, ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮਕਾਜ ਬਹੁਤ ਹਨ ਅਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਉਹ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲ੍ਹੇ ਨੂੰ ਲੱਗਾ ਹੁੰਦਾ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਕੁੰਜੀਆਂ ਤੋਂ ਭਾਵ ਹੈ ਚਾਬੀ, ਕਿਉਂਕਿ ਹੁਣ ਉਹ ਘਰ ਰਹਿੰਦੀ ਹੈ ਅਤੇ ਘਰ ਦੀ ਰੱਖਿਆ ਕਰਦੀ ਹੈ। ਇਸ ਕਰਕੇ ਉਹ ਆਪਣੇ ਆਪ ਨੂੰ ਜਿੰਦਰਾ ਕਹਿ ਰਹੀ ਹੈ ਕਿ ਮੈਂ ਤਾਂ ਹੁਣ ਕਿਲ੍ਹੇ 'ਤੇ ਲੱਗੇ ਹੋਏ ਜਿੰਦਰੇ ਦੇ ਸਮਾਨ ਹਾਂ ਅਤੇ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਡੇ ਨਾਲ ਹੀ ਰੌਣਕ ਹੁੰਦੀ ਹੈ। ਤੁਸੀਂ ਹੀ ਚਾਬੀਆਂ ਹੋ ਇਸ ਜਿੰਦਰੇ ਦੀਆਂ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਅਤੇ ਪੁਰਾਣਾ ਥੇ ਹਾਂ। ਥੇ ਹੁੰਦਾ ਖੰਡਰ। ਇਸ ਨੂੰ ਫਰੋਲੇਗਾ ਤਾਂ ਕਈ ਕੁਝ ਮਿਲੇਗਾ। ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ ਕੋਈ ਗਹਿਣਾ ਲੱਭ ਸਕਦਾ ਹੈ। ਉਹਦੇ ਕਹਿਣ ਤੋਂ ਭਾਵ ਹੈ ਕਿ ਭਾਵੇਂ ਮੈਂ ਹੁਣ ਖੰਡਰ ਹੋ ਗਈ ਹਾਂ, ਪਰ ਜਦੋਂ ਤੂੰ ਮੈਨੂੰ ਫਰੋਲੇਗਾ ਤੋਂ ਭਾਵ ਹੈ ਕਿ ਮੇਰੇ ਨਾਲ ਗੱਲਬਾਤ ਕਰੇਗਾ ਅਤੇ ਕੋਈ ਗਿਆਨ ਦੀ ਗੱਲ ਨਿਕਲੇਗੀ। ਇਸੇ ਨੂੰ ਉਹਨੇ ਗਹਿਣਾ ਕਿਹਾ ਹੈ, ਇਸੇ ਨੂੰ ਉਹਨੇ ਖਜ਼ਾਨਾ ਕਿਹਾ ਹੈ। ਆਖਰ ਇੱਥੇ ਇੱਕ ਦੇਸ਼ ਵਸਦਾ ਸੀ ਕਦੀ, ਜੋ ਹੁਣ ਥੇ ਹੋ ਗਿਆ ਹੈ। ਕਦੀ ਕਦਾਈ ਆ ਕੇ ਇਸ ਨੂੰ ਫਰੋਲ ਫਰਾਲ ਜਾਇਆ ਕਰੋ, ਭਾਵ ਕਦੇ ਕਦੀ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਜਾਇਆ ਕਰੋ। ਬੇਬੇ ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ। ਮੋਰਾਂ ਨੂੰ ਮਾਰ ਕੇ ਖਾ ਜਾਂਦੇ ਹਨ, ਮੁਰਗਾਬੀਆਂ ਤੱਕ ਹੀ ਕੂੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਂ ਕੋ ਕਹਿ ਦੇ ਤਾਂ ਦੜੈਂ ਗੋਲੀ ਮਾਰ ਦੇਣ। ਇਹ ਗਿਰਜਾ ਤਾਂ ਰਹੀਆਂ ਨਹੀਂ ਹੁਣ। ਇਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਨ? ਬੱਚਿਓ, ਇਸ ਪੈਰੇ ਵਿੱਚ ਬੇਬੇ ਲੋਕਾਂ ਦੇ ਬਦਲਦੇ ਹੋਏ ਸੁਭਾਅ 'ਤੇ ਵਿਅੰਗ ਕੱਸਦੀ ਹੋਈ ਕਹਿ ਰਹੀ ਹੈ ਕਿ ਤੇਰੇ ਪਿੰਡ ਦੇ ਲੋਕ ਕਿੰਨੇ ਪਾਪੀ ਹੋ ਗਏ ਨੇ, ਮੋਰਾਂ ਨੂੰ ਮਾਰ ਕੇ ਖਾ ਜਾਂਦੇ ਹਨ। ਭਾਵ ਜੋ ਚੰਗੇ ਪੰਛੀ ਹਨ, ਜੀਵ ਜੰਤੂ ਹਨ, ਇਹ ਉਹਨਾਂ ਨੂੰ ਵੀ ਨਹੀਂ ਬਖਸ਼ਦੇ। ਮੀਟ ਖਾਂਦੇ ਨੇ, ਚੰਗੇ ਚੰਗੇ ਪੰਛੀਆਂ ਨੂੰ ਵੀ ਮਾਰ ਦਿੰਦੇ ਨੇ। ਅਤੇ ਜੇਕਰ ਮੋਰ ਵਾਂਗ ਕੋਈ ਮੋਰ ਦੀ ਆਵਾਜ਼ ਕੱਢਦਾ ਹੈ, ਕਿਆਂ ਕੋ ਇੱਥੇ ਮੋਰ ਦੀ ਆਵਾਜ਼ ਕੱਢਣ ਨੂੰ ਕਿਹਾ ਗਿਆ, ਅਤੇ ਉਹ ਕਹਿੰਦੀ ਹੈ ਕਿ ਇਹ ਉਹਨੂੰ ਵੀ ਗੋਲੀ ਮਾਰ ਦੇਣ। ਭਾਵ ਇਹ ਇੰਨੇ ਰੁੱਖੇ ਹੋ ਚੁੱਕੇ ਹਨ ਸੁਭਾਅ ਦੇ। ਇਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਨ? ਭਾਵ ਹੱਡਾ ਰੋੜੀ ਤੋਂ ਭਾਵ ਹੈ ਜਿੱਥੇ ਹੱਡੀਆਂ ਰੋੜੀਆਂ ਜਾਂਦੀਆਂ ਮਰਨ ਤੋਂ ਬਾਅਦ। ਅਤੇ ਬੇਬੇ ਕਹਿ ਰਹੀ ਹੈ ਕਿ ਇਹਨਾਂ ਨੂੰ ਚਾਹੀਦਾ ਕਿ ਉੱਥੇ ਜਾ ਕੇ ਬੈਠ ਜਾਣ, ਜੇਕਰ ਇਹਨਾਂ ਨੇ ਮੁਰਦੇ ਹੀ ਖਾਣੇ ਨੇ ਤਾਂ। ਬੇਬੇ ਨੂੰ ਹੁਣ ਘੱਟ ਸੁਣਦਾ ਘੱਟ ਦਿਸਦਾ ਹੈ। ਸਾਨੂੰ ਦੇਖ ਕੇ ਕਦੀ ਖੁਸ਼ ਹੋ ਜਾਂਦੀ ਹੈ, ਕਦੀ ਉਦਾਸ। ਮੈਂ ਕਿਹਾ, ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ ਕਈ ਵਾਰ, ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੋਰ ਤੋਂ, ਗੱਲਾਂ ਕਰਦਿਆਂ ਦੇ ਤੁਹਾਡੇ ਚਿਹਰੇ ਦੇਖਦੀ ਹਾਂ। ਗੱਲ ਨਹੀਂ ਸੁਣਦੀ ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕਿ ਸੁੱਖ ਵਿੱਚ। ਬੱਚਿਓ, ਜਿਵੇਂ ਤੁਹਾਡੇ ਮਾਤਾ ਪਿਤਾ ਨੂੰ ਤੁਹਾਡਾ ਚਿਹਰਾ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ, ਇਸੇ ਤਰ੍ਹਾਂ ਬੇਬੇ ਲੇਖਕ ਨੂੰ ਦੱਸਦੀ ਹੈ ਕਿ ਮੈਨੂੰ ਵੀ ਤੁਹਾਡਾ ਚਿਹਰਾ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਖੁਸ਼ ਹੋ ਜਾਂ ਉਦਾਸ। ਬੇਬੇ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ ਹੈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸ ਦਾ ਪਿੰਡ ਨਹੀਂ ਬਣਿਆ।
ਉਸਦਾ ਪਿੰਡ ਉਹੀ ਹੈ ਜਿੱਥੇ ਉਸਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹੀ ਆਖਦੀ ਹੈ, ਤੇਰੇ ਪਿੰਡ ਮੈਂ ਇਉਂ ਕੀਤਾ। ਲੇਖਕ ਦੱਸਦਾ ਹੈ ਕਿ ਬੇਬੇ ਦੀ ਉਮਰ 90 ਸਾਲ ਤੋਂ ਵੀ ਉੱਤੇ ਹੋ ਗਈ ਹੈ, ਪਰ ਉਹਨੂੰ ਅਜੇ ਤੱਕ ਜਿੱਥੇ ਉਹਦਾ ਜਨਮ ਹੋਇਆ ਸੀ ਉਹ ਪਿੰਡ ਨਹੀਂ ਭੁੱਲਦਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਵੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਇੱਕ ਰਾਜਧਾਨੀ ਟੁੱਟ ਜਾਏਗੀ। ਬੇਬੇ ਲੇਖਕ ਨੂੰ ਦੱਸਦੀ ਹੈ ਕਿ ਹੁਣ ਤਾਂ ਮੈਂ ਜਿਉਂਦੀ ਹਾਂ ਅਤੇ ਤੁਸੀਂ ਸਾਰੇ ਇੱਥੇ ਆ ਕੇ ਮੈਨੂੰ ਮਿਲਦੇ ਵੀ ਹੋ, ਉਸੇ ਬਹਾਨੇ ਤੁਸੀਂ ਆਪਸ 'ਚ ਵੀ ਮਿਲਦੇ ਹੋ, ਅਤੇ ਜਦੋਂ ਮੈਂ ਨਾ ਰਹੀ ਦੁਨੀਆ ਵਿੱਚ ਤਾਂ ਇੰਝ ਲੱਗੇਗਾ ਤੁਹਾਨੂੰ ਜਿਵੇਂ ਇੱਕ ਰਾਜਧਾਨੀ ਟੁੱਟ ਗਈ ਹੋਵੇ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਖੁਸ਼ਹਾਲ ਹੋਵੋਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਹੌਲੀ ਦੇ ਕੇ ਦਾ ਮਤਲਬ ਹੈ ਹੌਲੀ ਜਿਹੀ ਆਪਣੇ ਆਪ ਨੂੰ ਤੁਸੀਂ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ, ਹੈਗੀ ਤਾਂ ਬੋਲੀ ਜਿਹੀ ਸੀ ਪਰ ਸੀ ਚੰਗੀ। ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗਮੀ ਅਤੇ ਤਿਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ ਖੁਸ਼ੀਆਂ ਦਾ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਇਸ ਮੇਲੇ ਵਿੱਚੋਂ ਜਦੋਂ ਅਸੀਂ ਵਿਦਾ ਹੋ ਘਰੋਂ ਘਰੀ ਜਾਣ ਲੱਗਦੇ ਤਾਂ ਛੋਟਾ ਭਰਾ ਹੌਲੀ ਦੇ ਕੇ ਪੁੱਛਿਆ ਕਰਦਾ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ। ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਿਤੇ ਵਸ਼ਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ, ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ-ਪੱਥ ਤੋਂ ਭਾਵ ਹੁੰਦਾ ਲਿਬੜਿਆ ਹੋਇਆ, ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਲੇਖਕ ਨੂੰ ਆਪਣੀ ਬੇਬੇ ਦੀ ਬਹੁਤ ਹੀ ਯਾਦ ਆਉਂਦੀ ਹੈ। ਉਸ ਨੂੰ ਸੁਪਨਿਆਂ ਵਿੱਚ ਇੰਝ ਲੱਗਦਾ ਹੈ ਜਿਵੇਂ ਉਹਦੀ ਬੇਬੇ ਕਦੇ ਮਿਰਚਾਂ ਤੋੜ ਰਹੀ ਹੈ, ਕਦੇ ਕਪਾਹ ਚੁਗ ਰਹੀ ਹੈ ਅਤੇ ਕਦੇ ਪਸ਼ੂਆਂ ਨੂੰ ਪਲੋਸ ਰਹੀ ਹੈ। ਇਸ ਪ੍ਰਕਾਰ ਲੇਖਕ ਆਪਣੀ ਬੇਬੇ ਨੂੰ ਯਾਦ ਕਰਦਾ ਹੈ।